ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਇਸ ਸਟੂਡੀਓ ਦੇ ਵਿੱਚ ਇਸ ਮੰਚ ਦੇ ਉੱਤੇ। ਔਰ ਮਿਸਟਰ ਅਚਲ ਛਾਬੜਾ ਸਾਡੇ ਨਾਲ ਹਾਜ਼ਰ ਨੇ ਅੱਜ ਐਵਨੀਅਰ ਐਜੂਕੇਸ਼ਨ। ਅੱਜ ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਾਲਜ ਜਿਹੜੇ ਨੇ ਜਨਵਰੀ ਸੈਸ਼ਨ ਲਈ ਤੁਹਾਨੂੰ ਆਫਰ ਲੈਟਰ ਆਫ ਐਕਸੈਪਟੈਂਸ ਦੇ ਰਹੇ ਨੇ। ਤੁਸੀਂ ਕੋਈ ਪਰਸਨਲ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 9988015151 ਨੰਬਰ ਤੇ। ਛਾਬੜਾ ਸਾਹਿਬ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ ਜੀ। ਸੋ ਛਾਬੜਾ ਸਾਹਿਬ, ਹਰ ਸ਼ੋਅ ਦੇ ਵਿੱਚ ਆਪਾਂ ਵੱਖ-ਵੱਖ ਟੌਪਿਕਸ ਨੂੰ ਲੈ ਕੇ ਚਰਚਾ ਕਰਦੇ ਹਾਂ। ਅੱਜ ਕੈਨੇਡਾ ਦੀ ਗੱਲ ਕਰ ਲਈਏ। ਮਾਰਕੀਟ ਦੇ ਵਿੱਚ ਕੈਨੇਡਾ ਦੀ ਪ੍ਰਮੋਸ਼ਨ ਬਹੁਤ ਜ਼ਿਆਦਾ ਘੱਟ ਗਈ ਹੈ। ਕੀ ਕਾਰਨ ਕੀ ਮੰਨਦੇ ਹੋ? ਰਿਫਿਊਜ਼ਲ ਜ਼ਿਆਦਾ ਹੈ, ਆਇਲਸ ਨਹੀਂ ਹੋ ਪਾ ਰਹੀ, ਰਿਜ਼ਲਟਸ ਨਹੀਂ ਆ ਰਹੇ ਬੱਚਿਆਂ ਦੇ, ਜਾਂ ਇਨਟੇਕ ਖਤਮ ਹੋ ਗਿਆ, ਨੈਕਸਟ ਇਨਟੇਕ ਲਈ ਬਹੁਤ ਜ਼ਿਆਦਾ ਸਮਾਂ ਬਚਿਆ ਹੈ, ਜਾਂ ਕੋਵਿਡ ਤੋਂ ਬਾਅਦ ਹਜੇ ਬੱਚਾ ਨਿਕਲ ਹੀ ਨਹੀਂ ਪਾ ਰਿਹਾ, ਰਿਜ਼ਲਟਸ ਨਹੀਂ ਆ ਰਹੇ ਬੱਚਿਆਂ ਦੇ? ਦੇਖੋ ਜੀ, ਕੈਨੇਡਾ ਦੀ ਗੱਲ ਕਰੀਏ, ਅਗਰ ਆਪਾਂ ਕਹੀਏ ਕਿ ਅੱਜ ਜਿਹੜੇ ਐਡਵਰਟਾਈਜ਼ਮੈਂਟ ਘਟ ਗਈਆਂ, ਨੋ ਡਾਊਟ ਆਪਾਂ ਸੋਸ਼ਲ ਮੀਡੀਆ ਦੇਖੇ, ਲੋਟ ਆਫ ਕੰਸਲਟੈਂਟਸ ਦੇ ਆਰ ਫੋਕਸਿੰਗ ਔਨ ਅਦਰ ਕੰਟਰੀਜ਼ ਰਾਦਰ ਦੈਨ ਕੈਨੇਡਾ। ਰੀਜ਼ਨ ਬੀਇੰਗ ਆਈ ਟੈਲ ਯੂ ਮਨੀਸ਼ ਜੀ, ਇੱਕ ਗੈਪ ਬਣ ਚੁੱਕਾ ਹੈ, ਰਾਈਟ। 2020 ਜਿਹੜਾ ਪਾਸ ਆਊਟ ਸਟੂਡੈਂਟ ਸੀਗਾ ਆਲਰੇਡੀ ਆਲਮੋਸਟ ਸਾਰਾ ਜਿੰਨੇ ਕੈਨੇਡਾ ਜਾਣਾ ਸੀ ਚਲਾ ਗਿਆ, ਕੁਝ ਪਰਸੈਂਟੇਜ ਰਹਿ ਗਈ ਹੈ। ਹੁਣ ਜਿਹੜਾ 2021 ਪਾਸ ਆਊਟ ਸਟੂਡੈਂਟ ਸੀਗਾ ਆਪਣੇ ਰਿਜ਼ਲਟ ਦੀ ਵੇਟ ਕਰ ਰਿਹਾ ਸੀ। ਓਬਵੀਅਸਲੀ CBSE ਨੇ ਜਿਹੜੇ ਵੀ ਬੇਸਿਸ ਤੇ ਰਿਜ਼ਲਟਸ ਡਿਕਲੇਅਰ ਕੀਤੇ ਜਾਂ ਪੰਜਾਬ ਬੋਰਡ ਨੇ ਰਿਜ਼ਲਟਸ ਡਿਕਲੇਅਰ ਕੀਤੇ, ਸੋ ਦੇ ਹੈਡ ਦਿਸ ਥਿੰਗ ਇਨ ਦੇਅਰ ਮਾਈਂਡ ਕਿ ਆਪਾਂ ਇੱਕ ਪਹਿਲੇ ਰਿਜ਼ਲਟ ਆ ਜਾਏ, ਬਿਕੋਜ਼ ਇੱਕ ਅਨਸਰਟਨਿਟੀ ਸੀਗੀ। ਰਿਜ਼ਲਟਸ ਆਏ ਨਹੀਂ, ਮੈਂ ਆਇਲਟਸ ਕਰ ਲਵਾਂ, ਅੱਗੋਂ ਰਿਜ਼ਲਟ ਨਾ ਅੱਛਾ ਹੈ ਜਾਂ ਕੀ ਬਣਨਾ ਹੈ, ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਉਹ ਸਾਰੀ ਜਿਹੜੀ ਅਨਸਰਟਨਿਟੀ ਸੀਗੀਆਂ ਸਟੂਡੈਂਟ ਦੇ ਦਿਮਾਗ ਦੇ ਵਿੱਚ, ਉਹ ਕਾਫੀ ਹੱਦ ਤੱਕ ਉਹਨੂੰ ਪ੍ਰੈਸ਼ਰਾਈਜ਼ ਕਰ ਰਹੀਆਂ ਸੀ ਕਿ ਹਾਲੇ ਅਪਲਾਈ ਨਾ ਕਰੇ। ਸਟੂਡੈਂਟ ਦਾ ਰਿਜ਼ਲਟਸ ਆਇਆ, ਹੁਣ ਸਾਰੇ ਸਟੂਡੈਂਟਸ ਆਲਮੋਸਟ ਮੈਂ ਕਹੂੰਗਾ ਜਿੰਨੇ ਵੀ ਕੈਨੇਡਾ ਜਾਣ ਵਾਲੇ ਸਟੂਡੈਂਟਸ ਆਇਲਟਸ 'ਤੇ ਫੋਕਸ ਕਰ ਰਹੇ ਹੈ, ਆਇਲਟਸ ਦੀ ਕੋਚਿੰਗ ਲੈ ਰਹੇ ਹੈ, ਆਇਲਟਸ ਲਈ ਅਪੀਅਰ ਹੋ ਰਹੇ ਹੈ। ਅਤੇ ਸਲੋਲੀ ਯੂ ਵਿਲ ਸੀ ਕਿ ਜੀ ਕੈਨੇਡਾ ਲਈ ਫਿਰ ਮਾਰਕੀਟ ਇੱਕ ਬੂਮ 'ਤੇ ਆਏਗੀ। ਰੀਜ਼ਨ ਬੀਇੰਗ ਸਟੂਡੈਂਟ ਜਿਹੜਾ 2021 ਪਾਸ ਆਊਟ ਹੈ, ਉਹ ਸਾਰਾ ਕੈਨੇਡਾ ਜਿੰਨਾ ਵੀ ਪਰਸੈਂਟੇਜ ਹੈ ਜਾਣਾ ਚਾਹੁੰਦਾ ਹੈ, ਉਹ ਸਾਰਾ ਕੈਨੇਡੀਅਨ ਮਾਰਕੀਟ ਦੇ ਵਿੱਚ ਹਿੱਟ ਕਰੇਗਾ ਜੀ। ਸੋ ਅੱਜ ਛਾਬੜਾ ਸਾਹਿਬ ਉਹਨਾਂ ਬੱਚਿਆਂ ਬਾਰੇ ਵੀ ਅਸੀਂ ਗੱਲ ਕਰ ਲਈਏ ਜਿਹੜੇ ਰਿਫਿਊਜ਼ ਹੋ ਗਏ ਸੀ ਪਹਿਲਾਂ। ਕੋਈ ਕੰਸਲਟੈਂਟ ਕਹਿ ਰਿਹਾ ਕਿ ਆਪਣਾ ਕੇਸ ਜਿੱਥੋਂ ਤੁਸੀਂ ਅਪਲਾਈ ਕੀਤਾ ਸੀ ਰੀਲੌਂਚ ਕਰ ਲਓ, ਕੋਈ ਕਹਿ ਰਿਹਾ ਜੀ ਕਾਲਜ ਚੇਂਜ ਕਰ ਲਓ, ਕੋਈ ਕਹਿ ਰਿਹਾ ਜੀ ਕੰਸਲਟੈਂਟ ਚੇਂਜ ਕਰ ਲਓ। ਪਰ ਜਦੋਂ 15-16 ਲੱਖ ਰੁਪਏ ਬੱਚੇ ਨੇ ਬਾਹਰ ਭੇਜਿਆ ਹੁੰਦਾ, ਬੜਾ ਔਖਾ ਹੁੰਦਾ ਕਿ ਪੈਸਾ ਵਾਪਸ ਮੰਗਵਾਉਣਾ, ਫਿਰ ਨਵਾਂ ਕੰਸਲਟੈਂਟ ਚੂਜ਼ ਕਰਨਾ, ਫਿਰ ਨਵੇਂ ਕੰਸਲਟੈਂਟ ਨੂੰ ਪੈਸਾ ਭੇਜਣਾ। 1 ਤੋਂ 5.5 ਬੈਂਡ ਵਾਲੇ ਦੀ ਰਿਫਿਊਜ਼ਲ ਤਾਂ ਸਮਝ ਆ ਗਈ ਕਿ ਚਲੋ ਰਸ਼ ਬਹੁਤ ਜ਼ਿਆਦਾ ਸੀ, ਸਾਲ ਡੇਢ ਸਾਲ ਤੋਂ ਕੋਈ ਰਿਜ਼ਲਟਸ ਨਹੀਂ ਆਏ, ਲੋਟ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀ, ਕੁਛ ਇੱਕ ਰਿਫਿਊਜ਼ਲਸ ਆ ਗਈਆਂ, ਕੁਛ ਇੱਕ ਵੀਜ਼ਾਸ ਆ ਗਏ। ਬਟ ਜਦੋਂ 7 ਬੈਂਡ ਵਾਲਾ ਬੱਚਾ ਰਿਫਿਊਜ਼ ਹੁੰਦਾ ਦਿਖਿਆ, ਉਹਦੇ ਨਾਲ ਕਿਤੇ ਨਾ ਕਿਤੇ ਕੰਸਲਟੈਂਟ ਦੀ ਕਾਰਗੁਜ਼ਾਰੀ 'ਤੇ ਵੀ ਸ਼ੱਕ ਜ਼ਾਹਿਰ ਹੋਇਆ। ਕਿਤੇ ਨਾ ਕਿਤੇ ਕੈਨੇਡਾ ਦੀ ਨੀਅਤ 'ਤੇ ਵੀ ਜਿਹੜਾ ਉਹ ਸ਼ੱਕ ਕੀਤਾ ਕਿ ਸ਼ਾਇਦ ਹੁਣ ਕੈਨੇਡਾ ਵੀਜ਼ਾ ਨਹੀਂ ਦੇਊਗਾ। ਪਰ ਤੁਸੀਂ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਵੀਜ਼ਾਸ ਦੇਗਾ? ਦੇਖੋ ਜੀ, ਆਪਾਂ ਗੱਲ ਕਰੀਏ ਜਿੱਦਾਂ ਮੈਂ ਪਿਛਲੇ ਸ਼ੋਅ 'ਚ ਵੀ ਗੱਲ ਕਰਦਾ ਰਿਹਾ ਮਨੀਸ਼ ਜੀ, ਆਪਾਂ ਪਰਸੈਂਟੇਜ ਦੇਖੀਏ 7 ਬੈਂਡ ਵਾਲੇ ਕਿੰਨੇ ਪਰਸੈਂਟ ਰਿਫਿਊਜ਼ ਹੋਏ, ਨਾਟ ਈਵਨ 10%। ਠੀਕ ਹੈ ਜੀ। ਸੋ ਆਪਾਂ 10% ਸਟੂਡੈਂਟਸ ਦਾ ਕਹਿ ਰਹੇ ਹਾਂ ਜੀ। 10% ਸਟੂਡੈਂਟ ਦੇ ਬੇਸਿਸ ਤੇ ਆਪਾਂ ਇਹ ਨਹੀਂ ਕਹਿ ਸਕਦੇ ਕੈਨੇਡਾ ਦੀ ਹਾਈ ਕਮਿਸ਼ਨ ਦੀ ਕ੍ਰੈਡੀਬਿਲਿਟੀ ਖਰਾਬ ਹੈ, ਬਿਕੋਜ਼ ਉਹਨੇ 90% ਨੂੰ ਵੀਜ਼ਾਸ ਵੀ ਦਿੱਤੇ। ਉਹ 10% ਜਿਹੜੇ ਕਿਤੇ ਨਾ ਕਿਤੇ ਗੜਬੜ ਹੋਈ ਹੈ, ਦੇ ਨੀਡ ਟੂ ਓਬਵੀਅਸਲੀ ਗੋ ਥਰੂ ਦੇਅਰ ਪ੍ਰੋਫਾਈਲ ਅਗੇਨ ਕਿ ਜੀ ਕਿੱਥੇ ਗੜਬੜ ਹੋਈ ਹੈ। ਕਿਤੇ ਨਾ ਕਿਤੇ ਸਟੂਡੈਂਟ ਦੀ ਗਲਤੀ ਅਗਰ ਤੁਸੀਂ ਕੀਤਾ ਜੀ ਕਿ ਜਿੱਦਾਂ ਕੰਸਲਟੈਂਟਸ ਨੇ ਓਬਵੀਅਸਲੀ ਕੋਈ ਵੀ ਕੰਸਲਟੈਂਟ ਇੱਦਾਂ ਨਹੀਂ ਚਾਹੁੰਦਾ ਕਿ ਕਿਸੇ ਵੀ ਉਹਦਾ ਕੋਈ ਕੇਸ ਰਿਫਿਊਜ਼ ਹੋਏ। ਬਟ ਐਟ ਦ ਐਂਡ ਆਫ ਦ ਡੇ ਕਦੀ ਕੰਸਲਟੈਂਟ ਵੀ ਸਟਕ ਅਪ ਹੋ ਜਾਂਦੇ ਆ ਵਿਦ ਦ ਕੋਰਸ ਚੋਇਸਿਸ ਐਂਡ ਸਟੂਡੈਂਟ ਦੀ ਇੱਕ ਪ੍ਰੈਫਰੈਂਸਿਸ ਹੁੰਦੀਆਂ ਏਰੀਆ ਨੂੰ ਲੈ ਕੇ, ਉੱਥੇ ਗੜਬੜ ਹੁੰਦੀਆਂ। ਸਟੂਡੈਂਟ ਨੂੰ ਵੀ ਸਮਝਣਾ ਚਾਹੀਦਾ ਕਦੀ ਕਿ ਜੀ ਅਗਰ ਮੈਨੂੰ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਇਹ ਕੋਰਸ ਨਹੀਂ ਮਿਲ ਰਿਹਾ, ਆਈ ਸ਼ੁੱਡ ਨਾਟ ਕੰਪਰੋਮਾਈਜ਼ ਵਿਦ ਇਟ, ਆਈ ਕੈਨ ਗੋ ਇਨਟੂ ਨੈਕਸਟ ਇਨਟੇਕ। ਬਿਕੋਜ਼ ਮੈਂ ਇੱਕ ਚੀਜ਼ ਹਮੇਸ਼ਾ ਸਟੂਡੈਂਟ ਨੂੰ ਕਹਿੰਦਾ, ਕੈਨੇਡਾ ਗਲੋਬ ਦੇ ਉੱਥੇ ਹੀ ਰਹਿਣਾ, ਉਹ ਗਲੋਬ ਤੋਂ ਹਟਣਾ ਨਹੀਂ, ਨਾ ਮੂਵ ਹੋਣਾ। ਤੁਸੀਂ ਜਾਓ ਜਨਵਰੀ ਇਨਟੇਕ, ਤੁਸੀਂ ਜਾਓ ਮਈ ਇਨਟੇਕ। ਐਟ ਦ ਐਂਡ ਆਫ ਦ ਡੇ ਅਗਰ ਤੁਹਾਨੂੰ ਵੀਜ਼ਾ ਹੀ ਨਾ ਮਿਲਿਆ, ਹੁਣ ਅਗਰ ਉਹ ਕੋਰਸ ਸਿਲੈਕਸ਼ਨ 'ਚ ਗਲਤੀ ਹੋ ਗਈ ਕੰਸਲਟੈਂਟ ਕੋ ਜਾਂ ਸਟੂਡੈਂਟ ਦੇ ਪ੍ਰੈਸ਼ਰ 'ਚ ਆ ਕੇ ਉਹਨੇ ਗਲਤੀ ਕੀਤੀ, ਸੋ ਓਬਵੀਅਸਲੀ ਹੂਜ਼ ਔਨ ਦ ਲਾਸ, ਨਾਟ ਦ ਕੰਸਲਟੈਂਟ। ਸਟੂਡੈਂਟ ਲਾਸ 'ਤੇ ਹੈਗਾ। ਸਟੂਡੈਂਟ ਜਿਹੜਾ ਰਿਫਿਊਜ਼ ਹੋਇਆ, ਲਾਸ ਉਹਦਾ ਹੋਇਆ, ਚਾਹੇ ਫਾਈਨੈਂਸ਼ੀਅਲ ਲਾਸ ਹੈ, ਚਾਹੇ ਟਾਈਮ ਵੇਸਟੇਜ, ਉਹ ਟਾਈਮ ਵਾਪਿਸ ਨਹੀਂ ਆਉਣਾ। ਤੇ ਐਟ ਦ ਐਂਡ ਆਫ ਦ ਡੇ ਉਹੀ ਪਹਿਲੇ ਵੀ ਉਹਨੇ ਅਗਲਾ ਇਨਟੇਕ ਲੈਣਾ ਸੀ, ਹੁਣ ਵੀ ਅਗਲਾ ਇਨਟੇਕ ਲਏਗਾ ਸਟੂਡੈਂਟ। ਸੋ ਮੈਂ ਹਰ ਸਟੂਡੈਂਟ ਨੂੰ ਇਹੀ ਕਹਿਣਾ ਚਾਹੁੰਦਾ, ਦੇਖੋ ਤੁਸੀਂ ਓਬਵੀਅਸਲੀ ਅਗਰ ਤੁਹਾਡਾ ਰਿਫਿਊਜ਼ਲ ਹੈਗਾ, ਯੂ ਕੈਨ ਅਪਰੋਚ ਅਸ, ਤੁਸੀਂ ਸਾਨੂੰ ਅਪਰੋਚ ਕਰੋ, ਨੰਬਰਸ 'ਤੇ ਕਾਲ ਕਰੋ, ਜੋ ਵੀ ਤੁਹਾਡੇ ਰਿਫਿਊਜ਼ਲ ਲੈਟਰ ਤੁਸੀਂ ਸ਼ੇਅਰ ਕਰੋ, ਵੀ ਵਿਲ ਗਾਈਡ ਯੂ ਇਨ ਅ ਪ੍ਰੋਪਰ ਵੇ। ਮੈਂ ਨਹੀਂ ਕਹਿੰਦਾ, ਬਟ ਐਟ ਦ ਐਂਡ ਆਫ ਦ ਡੇ ਥੋੜਾ ਸਟੂਡੈਂਟ ਨੂੰ ਵੀ ਕੰਸੀਡਰੇਬਲ ਹੋਣਾ ਚਾਹੀਦਾ
ਤੁਸੀਂ ਹਰ ਸਟੂਡੈਂਟ ਅੱਜ ਦੀ ਡੇਟ ਰਿਸਰਚ ਕਰਦਾ ਹੈ ਕਿਹੜਾ ਕਾਲਜ ਅੱਛਾ ਹੈ, ਕਿਹੜਾ ਕੀ ਮੇਰੇ ਲਈ ਕੋਰਸ ਅੱਛਾ ਹੈ। ਸੋ ਜਿਹੜੀ ਰਿਸਰਚ ਹੈਗੀ ਹੈ ਤੁਸੀਂ ਇੱਕ ਲਿਮਿਟਿਡ ਨਾ ਰੱਖੋ, ਉਹਨੂੰ ਥੋੜਾ ਜਿਹਾ ਆਪਣਾ ਵਾਈਡਨ ਕਰੋ ਸਕੋਪ ਕਿ ਜੀ ਅਗਰ ਮੈਂ ਉਹ ਪਰਟੀਕੂਲਰ ਏਰੀਆ ਦੇ ਵਿੱਚ ਨਹੀਂ ਜਾ ਪਾ ਰਿਹਾ, ਆਈ ਮਾਈਟ ਗੈਟ ਅ ਬੈਟਰ ਆਪਸ਼ਨ ਇਨ ਸਮ ਅਦਰ ਏਰੀਆ। ਉਹ ਜਦੋਂ ਸਟੂਡੈਂਟ ਸਟਕ ਅਪ ਹੋ ਜਾਂਦਾ ਜੀ ਮੈਂ ਬਰੈਂਪਟਨ, ਮਤਲਬ ਵੀ ਗੈਟ ਸਟੂਡੈਂਟਸ, ਮੈਂ ਤੁਹਾਨੂੰ ਦੱਸਾਂ ਬਰੈਂਪਟਨ ਤੋਂ ਸਕਾਰਬਰੋ ਤੱਕ ਦਾ ਡਿਸਟੈਂਸ ਮੇਜਰ ਕਰਦੇ ਹੈ ਕਿ ਇਫ ਆਮ ਗੋਇੰ ਟੂ ਸਟੱਡੀ ਸਟੇ ਇਨ ਬਰੈਂਪਟਨ ਰਹਿਣਾ ਹੈ ਤੇ ਮੇਰਾ ਕਾਲਜ ਸਕਾਰਬਰੋ ਦੇ ਵਿੱਚ ਹੋਏਗਾ ਤੇ ਮੈਨੂੰ ਇੰਨੀ ਬੱਸਿਸ, ਬਟ ਐਟ ਦ ਐਂਡ ਆਫ ਦ ਡੇ ਯੂ ਗੋਇੰਗ ਦੇਅਰ ਫॉर ਸਟੱਡੀਜ਼, ਰਾਈਟ। ਤੁਸੀਂ ਬਰੈਂਪਟਨ ਰਹਿਣਾ ਹੀ ਕਿਉਂ ਹੈ ਜੇਕਰ ਤੁਹਾਡਾ ਕਾਲਜ ਸਕਾਰਬਰੋ ਬੇਸਡ ਹੈ। ਸੋ ਸਕਾਰਬਰੋ ਰਹੋ, ਉੱਥੇ ਵੀ ਜੌਬ ਓਪਰਚੁਨਿਟੀਜ਼ ਹੈਗੀਆਂ। ਹੁਣ ਗੱਲ ਹੁੰਦੀ ਸਟੂਡੈਂਟ ਕਹਿੰਦਾ ਜੀ ਮੇਰਾ ਇੱਕ ਕੰਫਰਟ ਜ਼ੋਨ ਹੈ, ਮੇਰੇ ਫਰੈਂਡ ਹੈਗੇ ਹੈ, ਮੈਂ ਸਿੱਧੀ ਗੱਲ ਕਹਿੰਦਾ ਫਰੈਂਡ ਸਰਕਲ ਐਟ ਦ ਐਂਡ ਆਫ ਦ ਡੇ ਕਿੰਨੇ ਦਿਨ ਤੁਸੀਂ 1 ਘੰਟਾ ਸਪੈਂਡ ਕਰ ਲੋਗੇ ਉਹਨਾਂ ਨਾਲ। ਸਵੇਰੇ ਗਏ ਯੂ ਗੋ ਟੂ ਕਾਲਜ, ਯੂ ਕਮ ਬੈਕ ਫਰੋਮ ਯੋਰ ਕਾਲਜ, ਤੋਂ ਉਸ ਤੋਂ ਬਾਅਦ ਜੌਬ ਤੇ ਤੁਹਾਡੇ ਕੋਲ ਫਰੈਂਡ ਸਰਕਲ ਲਈ ਟਾਈਮ ਕਿੰਨਾ ਕੁ ਹੈਗਾ। ਇੱਕ ਮੋਰਲ ਸਪੋਰਟ ਹੁੰਦੀ ਹੈ, ਉਹ ਸਕਾਰਬਰੋ ਤੋਂ ਅੱਧੇ ਘੰਟੇ ਦੂਰ ਦੇ ਵੀ ਉਨੀ ਹੀ ਰਹਿਣੀ ਮੋਰਲ ਸਪੋਰਟ, ਤੇ ਅਗਰ ਤੁਸੀਂ ਬਰੈਂਪਟਨ ਰਹਿੰਦੇ ਹੋ ਤਾਂ ਵੀ ਉਦਾਂ ਹੀ ਰਹਿਣੀ। ਫੋਰ ਏਰੀਆ ਦਾ ਚੱਕਰ ਜਿਹੜਾ ਹੈ ਸਭ ਤੋਂ ਜ਼ਿਆਦਾ ਰੀਜ਼ਨ, ਇੱਕ ਕੋਰਸ ਓਬਵੀਅਸਲੀ ਰੈਲੇਵੈਂਸੀ ਤਾਂ ਹੁੰਦਾ ਹੀ ਹੁੰਦਾ ਹੈ। ਸੈਕਿੰਡ ਥਿੰਗ ਇਜ਼ ਏਰੀਆ, ਬਿਕੋਜ਼ ਸਟੂਡੈਂਟ ਜਦੋਂ ਕੰਸਲਟੈਂਟ ਨੂੰ ਪ੍ਰੈਸ਼ਰਾਈਜ਼ ਕਰਦਾ ਹੈ ਕਿ ਤੈਨੂੰ ਇਹ ਏਰੀਆ 'ਚ ਇੱਥੇ ਨਹੀਂ ਮਿਲਣਾ, ਤੇ ਸਟੂਡੈਂਟ ਕਹਿੰਦਾ ਕਿ ਮੈਂ ਨਹੀਂ, ਉੱਥੇ ਚਾਹੀਦਾ ਮੈਨੂੰ, ਫਿਰ ਉੱਥੇ ਕੰਸਲਟੈਂਟ ਓਬਵੀਅਸਲੀ ਥੋੜਾ ਗਲਤ ਜਾਂਦਾ ਹੈ। ਰਾਦਰ ਦੈਨ ਗਾਈਡਿੰਗ ਕਿ ਜੀ ਤੈਨੂੰ ਇਹ ਨਹੀਂ ਮਿਲਣਾ, ਉਹ ਗਲਤ ਕੋਰਸ ਚੂਜ਼ ਕਰਦਾ ਹੈ, ਗਲਤ ਕਾਲਜ ਚੂਜ਼ ਕਰਦਾ ਹੈ, ਰੈਲੇਵੈਂਸੀ ਖਰਾਬ ਕਰਦਾ ਹੈ ਤੇ ਰਿਫਿਊਜ਼ਲ ਦਾ ਕਾਰਨ ਬਣਦਾ ਹੈ। ਅੱਛਾ ਛਾਬੜਾ ਸਾਹਿਬ, ਇੱਕ ਚੀਜ਼ ਹੋਰ ਦੱਸੋ, ਮੈਂ ਅੱਜ ਤੋਂ 4 ਸਾਲ ਪਿੱਛੇ ਚਲੇ ਜਾਂ 5 ਸਾਲ ਪਿੱਛੇ ਚਲੇ ਜਾਂ, ਬੱਚੇ ਇੰਨੇ ਜ਼ਿਆਦਾ ਅਵੇਅਰ ਨਹੀਂ ਸੀ। ਕੰਸਲਟੈਂਟ ਦੇ ਕੋਲ ਕੁਝ ਇੱਕ ਸਿਲੈਕਟਿਵ ਕਾਲਜ ਹੁੰਦੇ ਸੀ। ਮੈਂ ਅਗਰ ਗੱਲ ਕਰਾਂ ਤੇ ਬੱਚਾ ਵੀ ਆ ਕੇ ਕਹਿੰਦਾ ਸੀ ਮੈਂ ਸ਼ੈਰਡਨ ਕਾਲਜ ਜਾਣਾ, ਮੈਂ ਮੋਹਾਕ ਕਾਲਜ ਜਾਣਾ, ਮੈਂ ਲਾਇਲਿਸਟ ਜਾਣਾ, ਮੈਂ ਥਾਮਸਨ ਰਿਵਰ ਯੂਨੀਵਰਸਿਟੀ ਜਾਣਾ ਹੈ, ਮੈਂ KPU ਜਾਣਾ ਹੈ, ਮੈਂ ਕੇਪ ਬ੍ਰਿਟਨ ਯੂਨੀਵਰਸਿਟੀ ਜਾਣਾ ਹੈ, ਜਾਂ ਮੈਂ ਜਾਰਜੀਅਨ ਕਾਲਜ ਜਾਣਾ, ਜਾਰਜ ਬਰਾਊਨ, ਮਤਲਬ ਕੁਛ ਇੱਕ 5 7 10 15 ਕਾਲਜ ਹੁੰਦੇ ਸੀ। ਬੱਚਾ ਕਹਿੰਦਾ ਮੈਂ ਉੱਥੇ ਜਾਣਾ। ਪਰ ਅੱਜ ਜੇ ਗੱਲ ਕਰਾਂ ਤੇ ਅੱਜ ਮੇਰੇ ਖਿਆਲ 'ਚ ਜਿਹੜੇ ਕੰਸਲਟੈਂਟ ਦੇ ਕੋਲ 15 ਕਾਲਜ ਸੀ, ਅੱਜ ਸ਼ਾਇਦ ਉਸ ਕੰਸਲਟੈਂਟ ਦੇ ਕੋਲ 115 ਕਾਲਜ ਹੋਣਗੇ। ਬਿਲਕੁਲ। ਕਿਊਬੈਕ ਦੀ ਗੱਲ ਕਰ ਲਈਏ 15 20 25 ਦੀ ਕਾਲਜ ਕਿਊਬੈਕ ਦੇ ਵਿੱਚ ਆ, ਅਲਬਰਟਾ ਦੀ ਗੱਲ ਕਰ ਲਈਏ ਅਲਬਰਟਾ ਦੇ ਵਿੱਚ ਆ, ਸਸਕੈਚੂਅਨ ਦੀ ਗੱਲ ਕਰੀਏ ਸਸਕੈਚੂਅਨ ਦੇ ਵਿੱਚ ਕਾਲਜ। ਅੱਜ ਬੱਚਾ ਕਹਿੰਦਾ ਜੀ ਮੈਂ ਸਰੀ ਜਾਣਾ ਹੈ, ਉਹ ਕੰਸਲਟੈਂਟ 10 ਕਾਲਜਾਂ ਦੀ ਲਿਸਟ ਅੱਗੇ ਦਿੰਦਾ ਕਿ ਸਰੀ ਦੇ 10 ਕਾਲਜ, ਚਾਹੇ ਉਹ 1 ਕਮਰੇ ਦਾ ਕਾਲਜ ਹੈ ਚਾਹੇ 10 ਕਮਰੇ ਦਾ ਕਾਲਜ ਹੈ। ਜਿਹੜੇ ਕੰਸਲਟੈਂਟ ਦੇ ਕੋਲ ਜਿਹੜਾ ਕਾਲਜ ਸਿੱਧੇ ਤੌਰ ਤੇ ਉਹ ਕਹਿੰਦਾ ਜੀ ਬਸ ਉਹੀ ਕਾਲਜ ਵਧੀਆ, ਬਾਕੀ ਸਾਰੇ ਕਾਲਜ ਮਾੜੇ। ਸੋ ਕਨਫਿਊਜ਼ਡ ਅੱਜ ਬੱਚਾ ਕਹਿੰਦਾ ਜੀ ਮੈਂ ਕੰਸਲਟੈਂਟ ਦੇ ਕੋਲ ਗਿਆ ਹੈ, ਉਹਨੇ ਮੇਰੇ ਕੋਲ 50 ਕਾਲਜ ਰੱਖਤੇ, ਹੁਣ ਨਾ ਸਮਝ ਲੱਗਦੀ ਉਹ ਪ੍ਰਾਈਵੇਟ ਆ, ਨਾ ਸਮਝ ਲੱਗਦੀ ਉਹ ਕਮਿਊਨਿਟੀ ਹੈ, ਨਾ ਸਮਝ ਲੱਗਦੀ ਉਹ ਯੂਨੀਵਰਸਿਟੀ ਹੈ, ਨਾ ਸਮਝ ਲੱਗਦਾ ਉਹ ਸਰਕਾਰੀ ਕਾਲਜ ਹੈ। ਸੋ ਬੱਚਾ ਕਨਫਿਊਜ਼ ਹੈ, ਕਾਲਜ ਦੀ ਸਿਲੈਕਸ਼ਨ ਕਿਵੇਂ ਕਰੇ ਬੱਚਾ? ਸੇ ਕਨਫਿਊਜ਼ਨ ਬੱਚੇ ਦਿਮਾਗ 'ਚ ਹੈ ਨਹੀਂ ਹੈਗੀ। ਦੇਖੋ ਤੁਸੀਂ ਇੱਕ ਪੁਆਇੰਟ ਕਿਹਾ, ਬੱਚਾ ਸਾਫ਼ ਕਹਿੰਦਾ ਮੈਂ ਸਰੀ ਜਾਣਾ। ਹੁਣ ਇੱਕ ਬੱਚੇ ਨੂੰ ਪੁੱਛੋ ਸਰੀ what is so special in Surrey as compared to Vancouver? मैं ज़्यादा दूर नहीं जा रहा, देखो वैनकूवर ते सरी का कंपैरिजन कर रहे हैं। सरी च ऐसा स्पेशल की है ਜਿਹੜਾ ਵੈਨਕੂਵਰ ਚ ਨਹੀਂ ਹੈ, ਰਾਈਟ। ਸੋ ਇਫ ਯੂ ਕੰਪੇਅਰ ਕਿ ਬੱਚਾ ਕਹਿੰਦਾ ਜੀ ਆ ਕੇ ਸਰੀ ਜਾਣਾ ਹੈ, ਹੁਣ ਸਰੀ ਦੇ ਵਿੱਚ ਲੈਟਸ ਸੇ whatever 5 6 ਗੁੱਡ ਆਪਸ਼ਨਸ ਆਰ देयर ਦ ਕੰਸਲਟੈਂਟ ਵਿਲ ਆਫਰ। ਉਹ ਗੱਲ ਹੁੰਦਾ ਹੈਗੀ ਹੈ ਕਿ ਜੀ ਸਟੂਡੈਂਟ ਇੱਕ ਦੇਖੋ ਜੀ ਆਉਣ ਵਾਲਾ ਟਾਈਮ ਐਸਾ ਹੈ, ਨੋ ਡਾਊਟ ਸਟੂਡੈਂਟ PR ਲਈ ਜਾਂਦਾ ਹੈ। ਪੰਜਾਬੀ ਸਟੂਡੈਂਟ ਹਰ ਬੱਚੇ ਦਾ ਮੋਟਿਵ PR ਹੈ, ਬਟ PR ਉਹਨੂੰ ਸਰੀ 'ਚ ਰਹਿ ਕੇ ਵੀ ਉਹਨੇ ਇਕੁਇਲੈਂਟ ਪੁਆਇੰਟਸ ਮਿਲਨੇ ਤੇ ਵੈਨਕੂਵਰ ਦੇ ਵਿੱਚ ਵੀ ਉਹੀ। ਅਗਰ ਤੁਸੀਂ ਸਟੂਡੈਂਟ ਨੂੰ ਗਾਈਡ ਕਰ ਦੋ ਕੰਸਲਟੈਂਟ ਗਾਈਡ ਕਰਦੇ ਕਿ ਵੈਨਕੂਵਰ ਚਲੇ ਜਾ, ਹੀਲ ਸੇ ਨਹੀਂ ਮੇਰਾ ਤਾਂ ਫਰੈਂਡ ਹੈਗਾ ਜਾਂ ਮੇਰਾ ਰਿਲੇਟਿਵ ਹੈਗਾ ਉਹ ਸਰੀ ਰਹਿੰਦਾ। ਹੁਣ ਓਬਵੀਅਸਲੀ ਅਗਰ ਤੁਸੀਂ ਪੜ੍ਹਨ ਜਾ ਰਹੇ ਹੋ ਥੋੜਾ ਜਿਹਾ ਤੇ ਤੁਹਾਨੂੰ ਐਡਜਸਟਮੈਂਟ ਕਰਨੀ ਹੋਣੀ। ਸੈਕਿੰਡ ਆਪਸ਼ਨ ਜਿਹੜੀ ਤੁਸੀਂ ਗੱਲ ਕੀਤੀ ਅੱਜ ਤੋਂ 4-5 ਸਾਲ ਪਹਿਲੇ ਕਾਲਜਿਸ ਵਰ ਲਿਮਿਟਿਡ, ਅੱਜ ਦੀ ਡੇਟ ਕਾਲਜਿਸ ਨੋ ਡਾਊਟ ਅੱਛੇ ਲੈਵਲ ਦੇ ਕਾਲਜਿਸ, ਪ੍ਰਾਈਵੇਟ ਕਾਲਜਿਸ ਵੀ ਐਸਟੈਬਲਿਸ਼ ਹੋ ਗਏ। ਕੰਸਲਟੈਂਟ ਦੀ ਡਿਊਟੀ ਹੈ ਉਹਨੂੰ ਆਪਸ਼ਨਸ ਦੇਣਾ ਸਟੂਡੈਂਟ ਨੂੰ। ਹੁਣ ਸਟੂਡੈਂਟ ਆਪਣੀ ਰਿਸਰਚ ਦੇਖੋ, ਤੁਸੀਂ ਅਗਰ ਸਟੂਡੈਂਟ ਨੂੰ ਅੱਜ ਦੀ ਡੇਟ ਕਿਸੇ ਵੀ ਪੰਜਾਬ ਦੇ ਸਟੂਡੈਂਟ ਨੂੰ ਪੁੱਛ ਲਓ ਐਨੀਥਿੰਗ ਅਬਾਊਟ ਫੇਸਬੁੱਕ, ਐਨੀਥਿੰਗ ਅਬਾਊਟ ਇੰਸਟਾ, ਦੇ ਵਿਲ ਨੋ। ਬਟ ਗੱਲ ਆਉਂਦੀ ਜਦੋਂ ਰਿਸਰਚ ਦੀ ਕਿ ਤੁਸੀਂ 4 ਕਾਲਜਿਸ ਉਹਨੂੰ ਦੇ ਦਿੱਤੇ ਜਾਣ, ਉਹ ਕਹਿੰਦਾ ਜੀ ਇਹ ਮੈਨੂੰ ਬੜਾ ਬੋਰਿੰਗ ਲੱਗਦਾ ਕਿ ਰਿਸਰਚ ਕਰਾਂ ਮੈਂ। ਉਹ ਬੋਰਿੰਗ ਇਸ ਲਈ ਲੱਗਦਾ ਕਿਉਂਕਿ ਉਹਨੂੰ ਪੜ੍ਹਨਾ ਮੈਂ ਨਾ ਉਹਦੇ 'ਚ ਹੀ ਹੈਜ਼ ਟੂ ਗੋ ਥਰੂ ਦ ਵੈਬਸਾਈਟ ਕੰਟੈਂਟਸ, ਜੋ ਵੀ ਕੰਟੈਂਟਸ ਹੈਗੇ ਉਹਨੂੰ ਪੜ੍ਹਨਾ ਮੈਂ। ਉਹਦੇ ਨਾਲ ਦੇਖੋ ਸਟੂਡੈਂਟ ਆਪਣਾ ਹੀ ਟਾਈਮ ਖਰਾਬ ਕਰ ਰਿਹਾ, ਰੀਜ਼ਨ ਬੀਇੰਗ ਅਗਰ ਨਹੀਂ ਰਿਸਰਚ ਕਰ ਰਿਹਾ। ਕੰਸਲਟੈਂਟ ਨੇ ਫਿਰ ਉਹੀ ਗੱਲ ਹੋ ਜਾਣੀ ਹੈ ਕਿ ਜੀ ਗਲਤ ਕੋਰਸ ਦੇ ਦਿੱਤਾ ਅਗਰ, ਤੇ ਫਿਰ ਫਸ ਗਏ ਤੁਸੀਂ। ਸਟੂਡੈਂਟ ਫਿਰ ਕਿੱਥੇ ਜਾਏਗਾ? ਉਹੀ 1 ਘੰਟਾ 2 ਘੰਟੇ ਰਿਸਰਚ ਕੀਤੀ ਚੰਗੀ ਸੀ, ਰਾਦਰ ਦੈਨ ਗੋਇੰਗ ਟੂ ਅ ਰੋਂਗ ਪਲੇਸ ਔਰ ਗੋਇੰਗ ਔਨ ਅ ਰੋਂਗ ਹੈਂਡਸ। ਕਿ ਮੈਂ ਕਹੂੰਗਾ ਜੀ ਕਿ ਗਲਤ ਹੱਥਾਂ ਦੇ ਵਿੱਚ ਚਲੇ ਗਏ ਤੁਸੀਂ, ਕੰਸਲਟੈਂਟ ਨਹੀਂ ਸਹੀ ਸੀ ਤੁਹਾਡਾ, ਹੀ ਡਿਡਨਟ ਹੈਵ ਇਨਫ ਨੌਲੇਜ। ਸੋ ਆਈ ਡਿਸਕਸ ਵਨ ਥਿੰਗ, ਇੱਕ ਬੜੇ ਅੱਛੇ ਲੈਵਲ ਦੇ ਕੰਸਲਟੈਂਟਸ ਹੈਗੇ ਪੰਜਾਬ 'ਚ, ਆਈ ਵਾਜ਼ ਲੁਕਿੰਗ ਐਟ ਦਿਸ ਸ਼ੋ, ਬਹੁਤ ਅੱਛੀ ਗੱਲ ਕਹੀ। उन्होंने ही सेड कि जी क्या स्टूडेंट कंसल्टेंट को इसलिए आंदा है दैट ही इज हैविंग अ गुड नॉलेज अबाउट थिंग्स, दैट वाज हिज ओपीनियन। ठीक है जी, उन्होंने क्लीयरली कहा कि जी स्टूडेंट इसलिए आंदा है कि वो किते गलत रस्ते ते ना पै जाए।
बट हुण वो गलत रस्ते से पै जाए, एक फेथ लैके आया कंसल्टेंट को, कंसल्टेंट की फिर ड्यूटी बनती है कि उन्होंने सही रस्ते पाए। पर छात्र साहब ड्यूटी बनती कंसल्टेंट की, मैं ਤੁਹਾਡੀ ਗੱਲ ਐਗਰੀ ਕਰਦਾ, ਬਟ ਕੰਸਲਟੈਂਟ ਕੀ ਉਹਨਾਂ ਸੂਝਵਾਨ ਹੈਗਾ? ਅੱਜ ਜਿਹਨੂੰ ਕੰਮ ਨਹੀਂ ਲੱਭਦਾ, ਮੈਂ ਸੌਰੀ ਟੂ ਸੇ ਮੈਂ ਇੱਥੇ ਕਹਿ ਰਿਹਾ, ਅੱਜ ਜਿਹਨੂੰ ਕੰਮ ਨਹੀਂ ਲੱਭਦਾ ਉਹ ਕਹਿੰਦਾ ਮੈਂ ਕੰਸਲਟੈਂਟ ਬਣ ਗਿਆ। ਕੰਸਲਟੈਂਟ ਨੂੰ ਕਿੰਨੀ ਜਾਣਕਾਰੀ ਇਸ ਚੀਜ਼ ਬਾਰੇ? ਤੇ ਫਿਰ ਸਰ ਸਟੂਡੈਂਟ, ਮੈਂ ਕਹਿੰਦਾ ਜੀ ਦੇਖੋ ਗੱਲ ਹੈ ਪੰਜਾਬ ਗਵਰਨਮੈਂਟ ਨੇ ਲਾਇਸੈਂਸ ਇਸ਼ੂ ਕਰਤੇ, ਲਾਇਸੈਂਸ ਇਸ਼ੂ ਕਿਸ ਬੇਸ ਤੇ ਕੀਤੇ? ਠੀਕ ਹੈ ਜੀ, anyone A B C can open the office, no problem, but at the end of the day you know ਜਦੋਂ हर रोज अपडेट्स आते हैं मुनीश जी, राइट, एवरी सेकेंड डे देयर इज अ न्यू अपडेट ऑन अ कॉलेज, ऑन अ यूनिवर्सिटी, ऑन अ हाई कमीशन वेबसाइट। सो एट द एंड ऑफ द डे अगर मैं अपना यू नो इफ आई एम नॉट केपेबल इनफ या मेरा स्टाफ इज नॉट केपेबल इनफ, वो क्या अपनी रिसर्च कर पाएगा? विदाउट रिसर्च आज की डेट कोई काम चलता ही नहीं है, जिन्ना मर्जी कह लो। सो एट द एंड ऑफ द डे अगर मैं कहूँगा जी मैं 1000+ कंसल्टेंट्स है इन पंजाब, राइट, ਉਹਦੇ ਚੋਂ ਸ਼ਾਇਦ ਹੀ 4 ਆਈ ਵੁੱਡ ਸੇ 200 to 300 ਹੋਣਗੇ ਜਿਹੜੇ ਯੂ ਨੋ ਇੱਕ ਪ੍ਰੈਕਟੀਕਲ ਨੌਲੇਜ ਕੈਰੀ ਕਰਦੇ ਆ ਪਲੱਸ ਇੱਕ ਆਪਣੀ ਰਿਸਰਚ ਕਰਕੇ, ਬਾਕੀ 700 ਸਿਰਫ ਫਾਈਲ ਆਈ ਅੱਗੇ ਗਈ, ਹੋਰ ਕੁਝ ਸਿਸਟਮ ਨਹੀਂ ਚੱਲਦਾ। ਸੋ ਯੂ ਨੋ ਇਹ ਹੁਣ ਬੱਚੇ ਨੇ ਜੱਜ ਕਰਨਾ ਹੈ, ਐਗਰੀਕਲਚਰ ਬੈਕਗਰਾਉਂਡ ਦੇ ਸਟੂਡੈਂਟਸ ਹੁੰਦੇ, ਰਾਈਟ, ਪੇਰੈਂਟਸ ਅਵੇਅਰਨੈਸ ਨਹੀਂ ਹੁੰਦੀ, ਪਿੰਡਾਂ 'ਚ ਰਹਿੰਦੇ ਆ, ਉਹਨਾਂ ਤਾਂ ਕਿਸੇ ਨੇ ਕਹਿ ਦਿੱਤਾ ਜੀ ਉੱਥੇ ਇੱਕ ਕੰਸਲਟੈਂਟ ਹੈਗਾ ਉੱਥੇ ਚੱਲ ਜਾ, ਉਹ ਚਲਾ ਗਿਆ, ਉਹਨੇ ਨਾ ਦੇਖਿਆ, ਉਹਨੇ ਕੁਝ ਕੁਐਸਚਨ ਨਹੀਂ ਪੁੱਛਿਆ, ਭਾਜੀ ਮੈਂ ਜਾਣਾ ਬਰੈਂਪਟਨ, ਐਲੋ ਫਾਈਲ ਮੇਰੀ। ਉਹਨੇ ਇੱਕ ਗੱਲ ਸੋਚੋ ਤੁਸੀਂ, ਓਰੀਜਨਲ ਡਾਕੂਮੈਂਟਸ ਦਾ ਕੰਸਲਟੈਂਟ ਨੇ ਕੀ ਕਰਨਾ ਹੁੰਦਾ? 70% ਮੈਂ ਕਹੂੰਗਾ ਕੰਸਲਟੈਂਟਸ ਓਰੀਜਨਲ ਡਾਕੂਮੈਂਟਸ ਰਿਟੇਨ ਕਰਦੇ, ਨਾ ਕੋਈ ਜ਼ਰੂਰਤ ਹੈ ਨਾ ਕੁਛ ਹੈ, ਰਾਈਟ। ਸਾਨੂੰ ਸਕੈਨ ਡਾਕੂਮੈਂਟਸ ਚਾਹੀਦੇ ਇਨ ਆਰਡਰ ਟੂ ਪ੍ਰੋਸੀਡ ਦ ਐਪਲੀਕੇਸ਼ਨ, ਵੀਜ਼ਾ ਇਜ਼ ਫਾਈਲਡ ਆਨਲਾਈਨ, ਤੇ ਓਰੀਜਨਲ ਡਾਕੂਮੈਂਟਸ ਦਾ ਅਸੀਂ ਕਰਨਾ ਕੀ ਹੈ? ਵੀ ਡੋਂਟ ਨੀਡ ਐਨੀ ਓਰੀਜਨਲ ਡਾਕੂਮੈਂਟ। ਫਿਰ ਓਰੀਜਨਲ ਡਾਕੂਮੈਂਟਸ ਰਿਟੇਨ ਕਿਉਂ ਕੀਤੇ ਜਾਂਦੇ? ਉੱਥੇ ਸਟੂਡੈਂਟ ਗਲਤ ਹੈ, ਸਟੂਡੈਂਟ ਨੇ ਸਮਝਣਾ ਕਿ ਜੀ ਓਰੀਜਨਲ ਡਾਕੂਮੈਂਟਸ ਮੇਰੇ ਜ਼ਰੂਰਤ ਕੀ ਹੈਗੀ? ਕੰਸਲਟੈਂਟ ਨੂੰ ਕੋਈ ਜ਼ਰੂਰਤ ਹੀ ਨਹੀਂ ਹੈਗੀ, ਤਾਂ ਫਿਰ ਦੇਣ ਦੀ ਜ਼ਰੂਰਤ ਕੀ ਹੈ? ਤੇ ਹੁਣ ਸਟੂਡੈਂਟ ਨੂੰ ਅਵੇਅਰਨੈਸ ਚਾਹੀਦੀ। ਅਸੀਂ ਤਾਂ ਦੇਖੋ ਇੱਥੇ ਬੈਠ ਕੇ ਕਹਿ ਹੀ ਸਕਦੇ ਕਿ ਸਟੂਡੈਂਟ ਇਹ ਕਰੇ, ਮੰਨਣਾ ਨਹੀਂ ਮੰਨਣਾ ਸਟੂਡੈਂਟ ਦੀ ਹੈਗੀ ਹੈ, ਉਹਦੇ ਤੇ ਹੈ। ਸਟੂਡੈਂਟ ਅਗਰ ਨਹੀਂ ਮੰਨੇਗਾ ਓਬਵੀਅਸਲੀ ਅੱਜ ਨਹੀਂ ਤਾਂ ਕੱਲ ਲॉस ਖਾਏਗਾ ਹੀ ਖਾਏਗਾ। ਮੈਂ ਕਹਿੰਦਾ ਜੀ ਕੁਝ 20% ਸਟੂਡੈਂਟ लॉस ਖਾਏ, 30% ਸਟੂਡੈਂਟ लॉस ਖਾਏ, ਖਾਣਾ ਹੀ ਖਾਣਾ ਉਹਨੇ लॉस। ਤੇ ਅਗਰ ਤੁਸੀਂ ਉਹੀ ਸਹੀ ਤਰੀਕੇ ਚੱਲੋ, ਕੰਸਲਟੈਂਟ ਰਾਈਟ ਚੂਜ਼ ਕਰੋ, ਹੁਣ ਉਹ ਕਿੱਦਾਂ ਕਰਨਾ ਹੈ? ਓਬਵੀਅਸਲੀ ਦੇਰ ਆਰ ਥਿੰਗਸ ਯੂ ਨੋ, ਤੁਸੀਂ ਅਗਰ ਕਾਉਂਸਲਿੰਗ ਸੈਸ਼ਨ ਲਈ ਜਾਂਦੇ ਤੁਹਾਨੂੰ ਕਾਉਂਸਲਿੰਗ ਸੈਸ਼ਨ ਤੋਂ ਪਤਾ ਲੱਗ ਜਾਂਦਾ ਵਾਟ ਇਜ਼ ਬੀਇੰਗ ਟੋਲਡ ਟੂ ਮੀ, ਕੀ ਦੱਸਿਆ ਜਾ ਰਿਹਾ ਮੈਨੂੰ, ਕੀ GIC ਸਾਰਿਆਂ ਨੂੰ ਪਤਾ ਹੈ, ਫੀਸ ਸਾਰਿਆਂ ਨੂੰ ਪਤਾ ਹੈ, ਇਹ ਕੋਈ ਲੰਬੀ ਚੌੜੀ ਕਹਾਣੀ ਨਹੀਂ। ਮੈਡੀਕਲ ਦਾ ਕੀ ਯੂ ਨੋ ਚਾਰजेस ਹੈ ਸਾਰਿਆਂ ਨੂੰ ਪਤਾ ਹੈ, everyone knows about embassy fees, ਠੀਕ ਹੈ। PPR ਦੇ ਕੀ ਚਾਰजेस ਅੱਜ ਦੀ ਡੇਟ ਸਾਰਿਆਂ ਨੂੰ ਪਤਾ ਹੈ, ਬਟ ਐਟ ਦ ਐਂਡ ਆਫ ਦ ਡੇ ਕਾਲਜਸ ਤੇ ਯੂਨੀਵਰਸਿਟੀਜ਼ ਬਾਰੇ ਕਿੰਨੀ ਨੌਲੇਜ ਹੈ? ਕੋਰਸ ਆਪਸ਼ਨ ਕੀ ਬੈਸਟ ਰਹਿਣਗੇ? ਵਾਈ ਥੀਸ ਕੋਰਸ ਆਪਸ਼ਨਸ ਜਿਹੜੇ ਦੱਸੇ ਜਾ ਰਹੇ ਹੈ ਅੱਛੇ ਰਹਿਣਗੇ? ਉਹ ਉੱਥੇ ਕੰਸਲਟੈਂਟ ਦੀ ਕੈਪੇਬਿਲਿਟੀ ਚੈੱਕ ਹੁੰਦੀ ਹੈ। ਸੋ ਛਾਬੜਾ ਸਾਹਿਬ, ਇਹ ਤੁਸੀਂ ਕੈਨੇਡਾ ਰਿਫਿਊਜ਼ਲ ਦੇ ਗੱਲਾਂ ਔਰ ਇਨ ਫਿਊਚਰ ਕੀ ਕੈਨੇਡਾ ਵਾਲੇ ਸਟੂਡੈਂਟ ਕਰ ਸਕਦੇ? ਹੁਣ ਮੈਂ ਜਦੋਂ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕੁਝ ਇੱਕ ਬੱਚੇ ਆਸਟ੍ਰੇਲੀਆ ਤੋਂ ਜਾਂ ਨਿਊਜ਼ੀਲੈਂਡ ਤੋਂ ਪੜ੍ਹ ਕੇ ਵਾਪਸ ਆ ਗਏ ਜਾਂ ਕੋਵਿਡ ਕਰਕੇ ਵਾਪਸ ਆਏ ਬਟ ਜਾ ਹੀ ਨਹੀਂ ਪਾਏ, ਕੋਰਸ ਹੀ ਹੁਣ ਖਤਮ ਹੋ ਗਿਆ। ਸੋ ਉਹ ਬੱਚੇ ਕੀ ਕਰਨ, ਕੀ ਉਹ ਕੈਨੇਡਾ ਜਾ ਸਕਦੇ? ਸੀ ਦੇਖੋ ਜੀ, ਇਹਦੇ 'ਚ ਇੱਕ ਬਹੁਤ ਹੀ ਬੁਰਾ ਸਿਨਾਰੀਓ ਮੈਂ ਕਹੂੰਗਾ, ਬਿਕੋਜ਼ ਓਬਵੀਅਸਲੀ ਨਿਊਜ਼ੀਲੈਂਡ ਤੋਂ ਜਿਹੜਾ ਸਟੂਡੈਂਟ ਅੱਜ ਦੀ ਡੇਟ ਬਹੁਤ ਸਟੂਡੈਂਟ ਬੈਠਾ ਹੈ ਜਿਹੜਾ ਆਪਣੇ ਪੇਰੈਂਟਸ ਨੂੰ ਮਿਲਣ ਆਇਆ ਸੀ, ਕੋਈ ਫੈਮਿਲੀ ਫੰਕਸ਼ਨ ਤੇ ਆਇਆ ਸੀ, ਕੋਈ ਨਾ ਕੋਈ ਰੀਜ਼ਨ ਤੋਂ ਯੂ ਨੋ ਹੀ ਕੇਮ ਟੂ ਇੰਡੀਆ ਐਂਡ ਹੀ ਸਟਕ ਨਾਓ। ਹੁਣ ਰੋਜ਼ ਉਹ ਸਵੇਰੇ ਉੱਠ ਕੇ ਯੂ ਨੋ ਵੀ ਗੈਟ ਲੋਟ ਆਫ ਸਟੂਡੈਂਟਸ, ਕਾਫੀ ਸਟੂਡੈਂਟ ਸਾਡੇ ਕੋਲ ਅਪਰੋਚ ਕੀਤੇ ਹੈ ਜਿਹੜੇ ਇੱਦਾਂ ਦੇ ਯੂ ਨੋ ਇੱਦਾਂ ਹੀ ਕਹਿੰਦੇ, ਲਿਟਰਲੀ ਮੈਂ ਕਹੂੰਗਾ ਇੱਕ ਮੈਂਟਲੀ ਅਪਸੈਟ ਹੋ ਜਾਂਦਾ ਨਾ ਬੱਚਾ, ਉਹ ਹੋ ਜਾਂਦਾ ਉਹਨਾਂ ਦੀ ਸਿਚੁਏਸ਼ਨ, ਬਿਕੋਜ਼ ਪੇਰੈਂਟਸ ਨੂੰ ਸਮਝ ਨਹੀਂ ਆ ਰਿਹਾ ਕੀ ਕਰੀਏ, ਬੱਚਿਆਂ ਨੂੰ ਸਮਝ ਨਹੀਂ ਆ ਰਿਹਾ। ਰੋਜ਼ ਸਵੇਰੇ ਉੱਠਦੇ ਇੱਕੋ ਨਿਊਜ਼ ਲਗਾਉਂਦੇ, क्या न्यूजीलैंड प्राइम मिनिस्टर ने कुछ पॉजिटिव न्यूज़ दी, क्या ऑस्ट्रेलियन PM ने कुछ पॉजिटिव न्यूज़ दी, सो दे डोंट गेट एनी पॉजिटिव न्यूज़, तो फिर सो जाते हैं। यू नो इदा ही दिन निकली जा रहे, साल निकल गया, होर कितना टाइम निकलना है, नोबडी इज़ अवेयर, यू नो, बिकॉज लॉट ऑफ लोग अपने अपने ओपीनियंस है, कोई कह रहा है नवंबर के ऑस्ट्रेलिया ओपन होएगा, कोई कह रहा है जनवरी के, सो एवरीवन हैज़ अ डिफरेंट ओपीनियन, बट एट द एंड ऑफ द डे हुण स्टूडेंट की करे? यू नो स्टूडेंट जिहड़ा मार्च या लेट्स से फेब दा आया होया है, ਅੱਜ 2 साल यू नो ऑलमोस्ट 1.5 साल हो गया, 1.5 साल ਦੇ ਵਿੱਚ ਕੁਝ ਪ੍ਰੋਡਕਟਿਵ ਨਹੀਂ ਕਰ ਪਾਇਆ ਵਿਚਾਰਾ। ਰੋਜ਼ ਸਵੇਰੇ ਉੱਠਦਾ ਹੈ ਕਿ ਦੇਖਦਾ ਅੱਜ ਖੁੱਲੇਗਾ ਕੱਲ ਖੁੱਲੇਗਾ, ਕੁਝ ਨਹੀਂ ਹੋ ਰਿਹਾ। ਸੋ ਸਟੂਡੈਂਟ ਨੂੰ ਮੈਂ ਕਹੂੰਗਾ ਦੇਖੋ ਜੀ, ਅਗਰ ਤੁਹਾਡੀ ਪੋਕਟ ਅਫੋਰਡ ਕਰਦੀ ਹੈ, ਸਿੰਪਲ ਇੱਕ ਮੈਂ ਸਭ ਤੋਂ ਪਹਿਲੀ ਚੀਜ਼ ਯੂ नो ਹਰ ਬੱਚੇ ਦੀ ਪੋਕਟ ਡਿਫਰੈਂਟ ਲੈਵਲ ਤੇ ਹੁੰਦੀ ਹੈ। ਅਗਰ ਉਹਨਾਂ ਦੀ ਪੇਰੈਂਟਸ ਦੀ ਪੋਕਟ ਅਫੋਰਡ ਕਰਦੀ ਹੈ, ਤੁਸੀਂ ਆਇਲਟਸ ਕਰੋ, ਤੁਸੀਂ ਕੈਨੇਡਾ ਜਾਓ। ਬਿਕੋਜ਼ ਦੇਖੋ ਅਗਰ ਅਸੀਂ ਵੇਟ ਕਰਦੇ ਰਹਾਂਗੇ, ਲੈਟਸ ਸੇ ਟੁਮਾਰੋ ਨਿਊਜ਼ੀਲੈਂਡ ਓਪਨ ਅਪ, ठीक है, जनवरी फरवरी मार्च जो भी ओपन होता है, अगर कोई सर्टेन कंडीशंस लगा दे दैट यू नो स्टूडेंट्स हू वर होल्डिंग, जिन्हों को पहले यू नो पोस्ट स्टडी वर्क परमिट ते सीगे, वो नहीं आ सकते, कुछ नहीं पता बिकॉज अनसर्टेनिटी हैगी अज दी डेट एंड इट्स अ स्मॉल कंट्री। वो कोविड तो डरदा पिया, सिचुएशन इज़ नॉट गुड फॉर दैम कि जी हाँ वो चाहते एक भी केस साडे कंट्री ना आए, दैट्स द रीजन दे हैवंट ओपनड अप विद द बॉर्डर्स थिंग। सो मैं ही कहूँगा स्टूडेंट्स को, जेडे भी तुसीं न्यूजीलैंड तो आए हुए स्टूडेंट या आस्ट्रेलिया तो आए हुए स्टूडेंट्स है,
ਯੂ ਨੋ ਰਾਦਰ ਦੈਨ ਵੇਸਟਿੰਗ ਟਾਈਮ ਐਂਡ ਕੀਪਿੰਗ ਥਿੰਗਸ ਫॉर ਫਿਊਚਰ ਕਿ ਜੀ ਅੱਜ ਨਹੀਂ ਸਾਲ ਨੂੰ ਕੁਝ ਹੋਏਗਾ, ਸਾਲ ਨੂੰ ਕੁਝ ਨਹੀਂ ਹੋਣਾ। ਅੱਜ ਅਗਰ ਓਪਰਚੁਨਿਟੀ ਹੈਗੀ, ਅਗਰ ਤੁਸੀਂ ਕੈਪੇਬਲ ਹੈਗੇ ਹੋ ਆਇਲਟਸ ਕਰਨ ਦੇ, ਆਇਲਟਸ ਕਰੋ, ਕੈਨੇਡਾ ਲਈ ਕੇਸ ਲਗਾਓ ਆਪਣਾ, ਨੋ ਪ੍ਰੋਬਲਮ। ਮੈਂ ਤੁਹਾਨੂੰ ਕਹਿੰਦਾ ਜੀ ਅਗਰ ਤੁਹਾਡੀ ਪ੍ਰੋਫਾਈਲ ਸੂਟੇਬਲ ਹੈ, ਅਗਰ ਤੁਹਾਨੂੰ ਲੱਗਦਾ ਹੈ ਕਿ ਯੂ ਨੋ ਆਇਲਟਸ ਕਰਨ ਤੋਂ ਪਹਿਲੇ ਸਾਨੂੰ ਪ੍ਰੋਫਾਈਲ ਡਿਸਕਸ ਕਰਨੀ ਚਾਹੀਦੀ ਹੈ, ਸੀ ਇਹਨਾਂ ਕੇਸਿਸ ਦੇ ਵਿੱਚ ਮੈਂ ਕਲੀਅਰ ਕਹੂੰਗਾ ਯੂ ਹੈਵ ਟੂ ਕਮ ਟੂ ਮਾਈ ਆਫਿਸ in order to, because I'm gonna personally मैं अपने पर्सनल लेवल ते मैं ਤੁਹਾਡੀ ਪ੍ਰੋਫਾਈਲ ਦੇਖਾਂਗਾ। ਰੀਜ਼ਨ ਬੀਇੰਗ देयर lot of technicalities involved, although my staff is very good, ਉਹਨਾਂ ਨੂੰ ਐਕਸਪਰਟਸ ਹੈਗੇ, ਬਟ ਮੈਂ ਕਹੂੰਗਾ ਦੇਖੋ ਜੀ ਤੁਹਾਡੀ ਲਾਈਫ ਦਾ ਸਵਾਲ ਹੈ, ਇੱਕ ਵਾਰ ਅਸੀਂ ਓਪਰਚੁਨਿਟੀ ਲੂਜ਼ ਕਰ ਗਏ ਅਗਰ ਕੈਨੇਡਾ ਵੀਜ਼ਾ ਲੈਣ ਦੀ ਤੇ ਦੁਬਾਰਾ ਲੈਣਾ ਮੁਸ਼ਕਿਲ ਹੋ ਜਾਣਾ। ਸੋ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਜਿਹੜੇ ਵੀ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਆਏ ਹੋ, ਸਟੱਕ-ਅਪ ਹੈ, ਦੇਖੋ ਅਗਰ ਤੁਸੀਂ ਆਇਲਟਸ ਕਰ ਸਕਦੇ ਹੋ। ਸੈਕਿੰਡ ਚੀਜ਼ ਤੁਹਾਡੀ ਪਾਕਟ ਅਫੋਰਡ ਕਰਦੀ ਹੈ ਕੈਨੇਡਾ ਦੀ ਪੜ੍ਹਾਈ, ਕੈਨੇਡਾ ਦੀ ਫੀਸ, ਕੈਨੇਡਾ ਦਾ GIC। ਤੁਸੀਂ ਇੱਕ ਵਾਰ ਮਿਲੋ ਮੈਨੂੰ, ਅਗਰ ਤੁਹਾਡੀ ਪ੍ਰੋਫਾਈਲ ਸੂਟੇਬਲ ਹੋਏਗੀ ਆਈ ਵਿਲ ਗਿਵ ਅ ਗ੍ਰੀਨ ਸਿਗਨਲ ਕਿ ਜੀ ਤੁਸੀਂ ਆਇਲਟਸ ਕਰੋ ਤੇ ਤੁਹਾਨੂੰ ਵੀਜ਼ਾ ਲੈ ਕੇ ਦੇਣਾ ਵਿਲ ਬੀ ਮਾਈ ਡਿਊਟੀ ਜੀ। ਸੋ ਇੱਕ ਚੀਜ਼ ਹੋਰ ਇੱਥੇ ਮੈਨੂੰ ਦੱਸੋ ਕਿ ਜਿਹੜੇ ਆਸਟ੍ਰੇਲੀਆ ਤੋਂ ਸਟੱਕ ਸੀ, ਨਿਊਜ਼ੀਲੈਂਡ ਤੋਂ ਸਟੱਕ ਸੀ, ਆਗੇ ਚਲੋ ਕਹਿੰਦੇ ਅਸੀਂ ਆਇਲਟਸ ਵੀ ਕਰ ਲੈਂਦੇ ਹਾਂ, ਫੀਸਾਂ ਵੀ ਭਰ ਲੈਂਦੇ ਹਾਂ, ਪਰ ਜੋ ਪ੍ਰੈਜ਼ੈਂਟ ਹਾਲਾਤ ਚੱਲਦੇ ਕੈਨੇਡਾ ਦੇ, ਕੀ ਲੱਗਦਾ ਕਿ ਵੀਜ਼ਾ ਮਿਲਣਗੇ? ਕਿਉਂਕਿ ਵੀਜ਼ਾ ਬਹੁਤ ਡਿਲੇ ਹੋ ਰਿਹਾ ਕੈਨੇਡਾ। ਦੂਸਰੀ ਗੱਲ, ਟਰੈਵਲ ਬੱਚਾ ਕਰ ਲੂਗਾ, ਬੱਚਾ ਟਰੈਵਲ ਹੀ ਨਹੀਂ ਕਰ ਪਾ ਰਿਹਾ। ਮੈਂ ਦੇਖੋ ਇਹ ਚੀਜ਼ ਮੈਂ ਤਾਂ ਹੀ ਸਪੈਸ਼ਲੀ ਔਨ ਨੈਸ਼ਨਲ ਟੈਲੀਵਿਜ਼ਨ ਬੋਲ ਰਿਹਾ ਬਿਕੋਜ਼ ਮੇਰੇ ਕੋ ਵੀਜ਼ਾਸ ਆਏ ਹੈ, ਜਿਹੜੇ ਨਿਊਜ਼ੀਲੈਂਡ ਤੋਂ ਬੱਚੇ ਆਏ ਹੋਏ ਸੀਗੇ ਉਹਨਾਂ ਦੇ ਵੀਜ਼ਾਸ ਆਏ ਹੈ। you know that is the reason मैं I am confident कि you know, but at the end of the day problem देखो मैं every refusal cases भी देखे हैं, not from my, it was not filed from my office, किसी और office से you know consultant तो file हुई सी, मैं refusal भी देख गड़बड़ कितने हुई, कोई planned way नाल नहीं चलिया, you know when बड़ा easy है कहना, it's just a matter of application form। ਐਪਲੀਕੇਸ਼ਨ ਫਾਰਮ ਦੇ ਵਿੱਚ ਦੇਖੋ ਜੀ ਪ੍ਰੈਜ਼ੈਂਟਲੀ ਕੀ ਕਰ ਰਹੇ ਹੋ, ਵਾਟ ਹੈਵ ਯੂ ਡਨ ਪ੍ਰੀਵੀਅਸਲੀ, ਇਹ ਚੀਜ਼ਾਂ ਯੂ ਨੋ ਦ ਵਰਡਿੰਗ ਹੈਜ਼ ਟੂ ਬੀ ਵੈਰੀ ਗੁੱਡ। ਮੈਂ ਤੁਹਾਨੂੰ ਸਹੀ ਦੱਸਾਂ, ਸੀ ਸਟੂਡੈਂਟ ਨੂੰ ਜਿਹੜੇ ਦੇਖ ਰਹੇ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਕਿਸੇ ਨੇ ਦੇਖਿਆ ਹੀ ਨਹੀਂ ਕਦੀ ਐਪਲੀਕੇਸ਼ਨ ਫਾਰਮ ਆਪਣਾ, ਅੰਟਿਲ ਅਨਲੈਸ ਰਿਫਿਊਜ਼ਲ ਆਏ ਤੇ ਦੂਸਰਾ ਕੰਸਲਟੈਂਟ ਮੰਗਦਾ ਕਿ ਐਪਲੀਕੇਸ਼ਨ ਫਾਰਮ ਲਿਆ ਦਿਓ। ਸਟੂਡੈਂਟ ਜ਼ਿਆਦਾਤਰ ਨਹੀਂ ਦੇਖਦੇ ਬਿਕੋਜ਼ ਅਸੀਂ ਵੀ ਆਨਲਾਈਨ, ਬਟ ਯੂ ਨੋ ਦੇਖੋ ਇਹ ਚੀਜ਼ ਬੜੇ ਪਲੈਨਡ ਵੇ ਨਾਲ ਚੱਲਣੀ ਪੈਣੀ ਹੈ। ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਜਿਹੜਾ ਵੀ ਆਇਆ ਹੋਇਆ, ਐਵਰੀਥਿੰਗ ਹੈਜ਼ ਟੂ ਬੀ ਇਨ ਅ ਪਲੈਨਡ ਵੇ। ਮੈਂ ਨਹੀਂ ਕਹਿੰਦਾ ਮੈਂ ਮੈਨੀਪੂਲੇਟ ਕਰਾਂਗਾ ਕੁਝ, ਬਟ ਇੱਕ ਯੂ ਨੋ ਡਾਕੂਮੈਂਟੇਸ਼ਨ ਕੀ ਲਗਾਣੀ ਹੈ, ਕੀ ਨਹੀਂ ਲਗਾਣੀ, ਕਿੱਦਾਂ ਜਸਟੀਫਾਈ ਕਰਨਾ ਸਿੰਸ ਯੂ ਨੋ ਵੈਨ ਐਵਰ ਯੂ ਕੇਮ ਟੂ ਇੰਡੀਆ ਵਾਟ ਹੈਵ ਯੂ ਬੀਨ ਡੂਇੰਗ। ਸੋ ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਐਟ ਦ ਐਂਡ ਆਫ ਦ ਡੇ। ਤੇ ਮੈਂ ਕੇਸਿਸ ਮੈਂ ਅਪਰੂਵ ਕਰਾਏ ਹੈ, ਤਾਂ ਹੀ ਮੈਂ ਕਹਿ ਰਿਹਾ ਅੱਜ ਦੀ ਡੇਟ 'ਚ ਕਿ ਹਾਂ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਅਗਰ ਤੁਸੀਂ ਸਟੱਕ-ਅਪ ਹੋ, ਡੋਂਟ ਵੇਟ ਕਿ ਜੀ ਚੀਜ਼ਾਂ ਸੁਧਰਨਗੀਆਂ, ਚੀਜ਼ਾਂ ਅੱਜ ਤੋਂ ਸਾਲ ਬਾਅਦ ਬੈਟਰ ਹੋ ਜਾਣਗੀਆਂ, 4 ਮਹੀਨੇ ਬਾਅਦ, ਉਹ ਹੋਪ ਵਿੱਚ ਨਾ ਰਹੋ। ਅੱਜ ਦੀ ਡੇਟ 'ਚ ਅਗਰ ਕੈਨੇਡਾ ਵੀਜ਼ਾ ਦੇ ਰਿਹਾ ਟੂ ਯੂ ਗਾਈਜ਼ ਐਜ਼ ਵੈਲ ਤੇ ਕਰੋ, ਓਪਰਚੁਨਿਟੀ ਅਵੇਲ ਕਰੋ ਜੀ। ਆਪਣੇ ਪੇਰੈਂਟਸ ਨੂੰ ਚਾਹੁੰਦੇ ਹੋ ਕਿ ਵਿਜ਼ਟਰ ਵੀਜ਼ਾ ਤੇ ਕੈਨੇਡਾ ਬੁਲਾਉਣਾ, ਜਾਂ ਪੇਰੈਂਟਸ ਆਪਣੇ ਬੱਚਿਆਂ ਨੂੰ ਵਿਜ਼ਟਰ ਵੀਜ਼ਾ ਤੇ ਮਿਲਣ ਜਾਣਾ ਚਾਹੁੰਦੇ ਨੇ, ਸਟੂਡੈਂਟ ਵੀਜ਼ਾ ਤੇ ਇੱਥੋਂ ਲੋਕ ਜਾਣਾ ਚਾਹੁੰਦੇ ਨੇ, +2 ਪਾਸ ਨੇ, ਗ੍ਰੈਜੂਏਟ ਨੇ, ਓਵਰਆਲ 6 ਬੈਂਡ ਹੈ, ਇੱਕ ਮੋਡਿਊਲ 'ਚੋਂ 5.5 ਬੈਂਡ ਹੈ, ਜਾਂ ਗ੍ਰੈਜੂਏਟ ਹੋ 6 ਓਵਰਆਲ 6 ਨੀਚ ਹੈ, 105 ਬੈਂਡ ਹੈ। ਤੁਸੀਂ ਕਿਸੇ ਵੀ ਪ੍ਰੋਫਾਈਲ ਤੇ ਅਪਲਾਈ ਕਰਨਾ ਚਾਹੁੰਦੇ ਹੋ, ਅਪਲਾਈ ਕਰਨ ਤੋਂ ਪਹਿਲਾਂ TV ਤੇ ਇੱਕ ਨੰਬਰ ਅਸੀਂ ਚਲਾ ਰਹੇ ਹਾਂ ਵਿਨਰ ਐਜੂਕੇਸ਼ਨ ਦਾ, 9988015151। ਇਸ ਨੰਬਰ ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਲਓ, ਜਾਣਕਾਰੀ ਲੈ ਲਓ। ਜਾਣਕਾਰੀ ਚੰਗੀ ਲੱਗੇ ਤੇ ਦਫ਼ਤਰ 'ਚ ਵਿਜ਼ਿਟ ਕਰਕੇ ਆਪਣਾ ਕਾਲਜ ਕੋਰਸ ਦੀ ਸਿਲੈਕਸ਼ਨ ਕਰਵਾ ਕੇ ਆਪਣਾ ਕੇਸਿਸ ਅਪਲਾਈ ਕਰ ਸਕਦੇ। ਪੈਕੇਜ ਪ੍ਰਣਾਲੀ ਬਾਰੇ ਵੀ 2 ਮਿੰਟ ਮੈਂ ਗੱਲ ਕਰਨਾ ਚਾਹੂੰਗਾ ਕਿ ਪੈਕੇਜ ਮਾਰਕੀਟ 'ਚ ਬਹੁਤ ਚੱਲਦਾ ਕਿ ਪੈਕੇਜ ਕਰ ਲਓ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਦੇ ਦਿਓ। ਸੋ ਕੀ ਇਹ ਪੈਕੇਜ ਕਰਨਾ ਚਾਹੀਦਾ? ਦੇਖੋ ਜੀ ਮਨੀਸ਼ ਜੀ, ਮੈਂ ਇੱਥੇ ਸਟੂਡੈਂਟ ਨੂੰ ਕਹੂੰਗਾ ਯੂ ਆਰ ਦ ਬੈਸਟ ਜੱਜ। ਸਟੂਡੈਂਟ ਇੱਕ ਅੱਛਾ ਜੱਜ ਹੈ। ਦੇਖੋ ਅਸੀਂ ਯੂ ਨੋ ਆਈ ਐਮ ਇਨ ਟੂ ਬਿਜ਼ਨਸ, ਐਟ ਦ ਐਂਡ ਆਫ ਦ ਡੇ ਮੈਂ ਅਗਰ ਇਹ ਸਟੇਜ ਯੂ ਨੋ ਚੈਨਲ 'ਤੇ ਬੈਠਾ, ਆਈ ਐਮ ਸਿਟਿੰਗ ਹੇਅਰ ਐਜ਼ ਅ ਕੰਸਲਟੈਂਟ, ਇਟਸ ਮਾਈ ਬਿਜ਼ਨਸ ਰਾਈਟ। ਐਟ ਦ ਐਂਡ ਆਫ ਦ ਡੇ ਸਰ ਜਿਹੜੇ ਕੰਸਲਟੈਂਟ ਕਹਿੰਦੇ ਜੀ ਪੈਕੇਜ ਲਓ ਸਾਡੇ ਕੋਲ, ਅਸੀਂ ਫੀਸ ਬਾਅਦ 'ਚੋਂ ਲਵਾਂਗੇ। ਹੁਣ ਸਟੂਡੈਂਟ ਨੂੰ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਇੱਥੇ ਕਿ ਜੀ ਕਿਆ ਉਹ ਪੈਕੇਜ ਦੇ ਵਿੱਚ, ਲੈਟਸ ਸੇ ਮੈਂ ਇੱਕ ਸਟੂਡੈਂਟ ਹਾਂ, ਮੈਂ ਕਹਿੰਦਾ ਜੀ ਮੈਂ ਕੋਲੰਬੀਆ ਕਾਲਜ ਜਾਣਾ ਜੀ, ਮੈਂ ਵੈਨਕੂਵਰ ਦੇ, ਕਿਆ ਮੈਨੂੰ ਏਜੰਟ ਜਿਹੜਾ ਜਾਂ ਕੰਸਲਟੈਂਟ ਜਿਹੜਾ ਉਹ ਪੈਕੇਜ ਦੇ ਵਿੱਚ ਕੋਲੰਬੀਆ ਕਾਲਜ ਦੇਗਾ? ਮੈਂ ਸਿਰਫ ਇੱਕ ਕੁਐਸਚਨ ਪੁੱਛਣਾ ਚਾਹੁੰਦਾ। ਕੁਛ ਸਟੂਡੈਂਟ ਕੀ ਕਰਦਾ ਜੀ, ਅੱਜ ਪੈਸੇ ਨਾ ਲੱਗਣ, ਫॉर एग्जांपल मैं कोलंबिया कॉलेज इसलिए चूज़ किया है, मतलब इस डिस्कशन नहीं क्योंकि फीस बहुत रीजनेबल है। 13,300 फीस है जी ਉਹਦੀ, $13,300 विच बिकम्स लाइक 7 लाख समथिंग राइट। GIC 6 ਲੱਖ ਦੇ ਆਸ-ਪਾਸ ਜਾਂਦਾ ਜੀ, $10,200। ਠੀਕ ਹੈ ਜੀ, ਤੁਹਾਡਾ ਕਿੰਨਾ ਖਰਚਾ ਹੋਇਆ? ਤੁਹਾਡਾ 13 ਤੋਂ 14 ਲੱਖ ਰੁਪਇਆ ਖਰਚਾ ਹੋਇਆ। ਅਗਰ ਤੁਸੀਂ ਕਹਿੰਦੇ ਹੋ ਜੀ ਕੋਲੰਬੀਆ ਕਾਲਜ ਜਾਣਾ, ਕੋਲੰਬੀਆ ਦੀ ਦੇਖੋ ਇੱਕ एलिजिबिलिटी क्राइटेरिया ही 75% चाहिए है एग्रीगेट इन क्लास 12। अगर ਤੁਹਾਨੂੰ ਕੰਸਲਟੈਂਟ ਕਹਿੰਦਾ ਠੀਕ ਹੈ ਜੀ ਮੈਂ ਪੈਕੇਜ ਤੇ ਤੁਹਾਨੂੰ 18 ਲੱਖ ਦਾ ਦਊਂਗਾ, ਮੈਨੂੰ ਇੱਕ ਗੱਲ ਦੱਸੋ ਕਿਹੜੀ ਗੱਲ ਦੀ ਸਿਆਣਪ ਹੈ ਕਿ ਸਿਰਫ 2 ਮਹੀਨੇ ਦੀ ਯੂ نو ਤੁਸੀਂ ਜਿਹੜੇ ਪੈਸੇ 2 ਮਹੀਨੇ ਬਾਅਦ ਦੇਣੇ ਆ, ਅੱਜ ਦਿੱਤੇ
ਤੁਸੀਂ ਵੀਜ਼ਾ ਆਪਣੀ ਫੀਸ ਪੇ ਕੀਤੀ, GIC ਪੇ ਕੀਤਾ, ਐਮਬੈਸੀ ਫੀਸ ਪੇ ਕੀਤੀ, ਯੂ ਗੈਟ ਦ ਵੀਜ਼ਾ। ਕਿਉਂਕਿ ਵੀਜ਼ਾ ਤੁਹਾਡੀ ਪ੍ਰੋਫਾਈਲ ਨੇ ਦੇਣਾ ਹੈ, ਕੰਸਲਟੈਂਟ ਨੇ। ਕੰਸਲਟੈਂਟ ਦਾ ਰੋਲ ਕਿੰਨਾ ਹੈ? 40% to 50%, ਬਾਕੀ 50 to 60 ਇਜ਼ ਯੋਰ ਪ੍ਰੋਫਾਈਲ। ਸੋ ਅਗਰ ਪ੍ਰੋਫਾਈਲ ਤੁਹਾਡੀ ਸੂਟੇਬਲ ਹੈ, ਯੂ ਐਲੀਜੀਬਲ ਫॉर ਕੋਲੰਬੀਆ, ਤੇ ਤੁਸੀਂ ਆਪਣੇ ਪੈਸੇ ਖਰਚੋ। 2 ਮਹੀਨੇ ਬਾਅਦ 5 ਲੱਖ ਰੁਪਇਆ ਫालतू ਦੇਣਾ ਮੈਂ ਨਹੀਂ ਕਿਤੋਂ ਦੀ ਸਿਆਣਪ ਕਹੂੰਗਾ। ਹੁੰਦਾ ਕਿ ਵੀ ਮਾਰਕੀਟ ਦੇ ਵਿੱਚ ਜਿਹੜੇ ਪੈਕੇਜ ਚੱਲ ਰਹੇ ਉਹ ਜ਼ਿਆਦਾਤਰ ਇੱਕ ਕੋਈ ਪ੍ਰਾਈਵੇਟ ਲੈਵਲ ਦੇ ਇੰਸਟੀਟਿਊਸ਼ਨਸ ਹੈਗੇ ਆ, ਉਹਨਾਂ ਦੇ ਚੱਲ ਰਹੇ ਕਿ ਜੀ ਹੁਣ ਕੰਸਲਟੈਂਟ ਅੱਗੋਂ ਫੀਸ ਭੇਜਦੇ ਆ, GIC ਭੇਜਦੇ ਕਿ ਨਹੀਂ, ਆਈ ਡੋਂਟ ਨੋ, ਬਿਕੋਜ਼ ਅਸੀਂ ਪੈਕੇਜ ਸਿਸਟਮ ਕਰਦੇ ਨਹੀਂ, ਐਂਡ ਆਈ ਐਮ ਨੋ ਵਨ ਟੂ ਕਮੈਂਟ ਕਿ ਜੀ ਕੋਈ ਕੀ ਕਰ ਰਿਹਾ। ਹੁਣ ਇੱਥੇ ਸਟੂਡੈਂਟ ਨੂੰ ਆਪਣਾ ਦਿਮਾਗ ਲਗਾਉਣਾ ਚਾਹੀਦਾ, ਕਿਆ ਉਹਦੇ ਲਈ ਸਹੀ ਚੀਜ਼ ਹੈ। ਅਗਰ 20 ਲੱਖ ਦਾ ਪੈਕੇਜ ਕਰ ਲਿਆ, ਫੀਸ ਕਾਲਜ ਦੀ 10,000 ਹੈ, ਤੇ 20 ਲੱਖ ਰੁਪਇਆ ਦੇਣਾ ਕਿਸ ਚੀਜ਼ ਦਾ ਹੈ? GIC 6 ਲੱਖ ਦੇ ਵੀ ਦਿੱਤਾ, $10,000 ਅਗਰ ਕੰਸਲਟੈਂਟ ਨੇ ਪ੍ਰਾਈਵੇਟ ਕਾਲਜ ਦੀ ਫੀਸ ਦੇ ਦਿੱਤੀ, ਵਿਚ ਇਜ਼ ਲਾਈਕ 6 ਲੱਖ ਰੁਪੀਸ, ਤੁਸੀਂ 12 ਲੱਖ ਦਾ ਤੁਸੀਂ 20 ਲੱਖ ਰੁਪਇਆ ਦੇ ਰਹੇ ਹੋ। ਕਿੱਥੋਂ ਦੀ ਸੈਂਸਿਬਿਲਿਟੀ ਹੈਗੀ? ਆਈ ਮੀਨ ਅਗਰ ਤੁਹਾਡੇ ਨੰਬਰ ਚੰਗੇ, ਤੁਹਾਨੂੰ ਵੀਜ਼ਾ ਮਿਲਣਾ ਹੀ ਮਿਲਣਾ ਹੈ, ਠੀਕ ਹੈ ਜੀ। ਕੈਨੇਡਾ ਕਦੀ ਨਹੀਂ ਨਾ ਕਰਦਾ, ਸਿਰਫ ਕਿੰਨਾ 5 ਤੋਂ 7% ਜਿਹੜਾ ਚੰਗਾ ਬੱਚਾ ਰਿਫਿਊਜ਼ ਹੁੰਦਾ ਹੈ, ਉਹ ਜਾਂ ਤਾਂ ਕੋਰਸ ਸਿਲੈਕਸ਼ਨ ਕਰਕੇ, ਕਿਉਂਕਿ ਏਰੀਆ ਦੀ ਜ਼ਿੱਦ ਹੁੰਦੀ ਹੈ, ਇਸ ਲਈ ਕੰਸਲਟੈਂਟਸ ਕਈ ਵਾਰ ਮਜਬੂਰੀ 'ਚ ਦੇ ਦਿੰਦੇ ਗਲਤ ਕੋਰਸ, ਜਾਂ ਕੰਸਲਟੈਂਟਸ ਕੇਪੇਬਲ ਨਹੀਂ ਹੁੰਦੇ ਕਿ ਜੀ ਐਨਾਲਾਈਜ਼ ਦ ਪ੍ਰੋਫਾਈਲ, ਕਿ ਜੀ ਪ੍ਰੋਫਾਈਲ ਨੂੰ ਕਿਹੜਾ ਕੋਰਸ ਦੇਣਾ ਚਾਹੀਦਾ। ਸੋ ਇਹ ਚੀਜ਼ਾਂ ਪੈਕੇਜ ਮੈਂ ਕਹੂੰਗਾ ਜੀ ਇਟਸ ਨਾਟ ਅ ਗੁੱਡ ਥਿੰਗ। ਸਟੂਡੈਂਟ ਆਪਣਾ ਪੈਸਾ ਨਾ ਖਰਾਬ ਕਰੇ। ਅਗਰ ਤੁਹਾਡੇ ਪੇਰੈਂਟਸ ਅਫੋਰਡ ਕਰਦੇ, ਆਪਣੀ ਫੀਸ ਆਪਣੇ ਅਕਾਊਂਟ 'ਚੋਂ ਪੇ ਕਰੋ, GIC ਆਪਣੇ ਅਕਾਊਂਟ 'ਚੋਂ ਪੇ ਕਰੋ, ਦੇਰ ਇਜ਼ ਨੋ ਪ੍ਰੋਬਲਮ। ਤੁਹਾਨੂੰ ਵੀਜ਼ਾ ਮਿਲੇਗਾ ਹੀ ਮਿਲੇਗਾ। ਤੁਸੀਂ ਕਾਲਜ ਇੱਕ ਅੱਛਾ ਚੂਜ਼ ਕਰੋ, ਬਹੁਤ ਮੈਟਰ ਕਰੇਗਾ। ਬਿਕੋਜ਼ ਅੱਜ ਦਾ ਟਾਈਮ ਅਸੀਂ ਦੇਖ ਰਹੇ ਹਾਂ ਕਿ ਜੀ PR ਕੈਨੇਡਾ ਨੇ PR ਐਪਲੀਕੇਸ਼ਨ ਇਨਵਾਈਟ ਕਰਤੀਆਂ। ਸਾਨੂੰ ਫਿਊਚਰ ਦਾ ਅਸੀਂ ਦੇਖੋ ਕੁਝ ਨਹੀਂ ਪ੍ਰਿਡਿਕਟ ਕਰ ਸਕਦੇ ਕਿ ਜੀ 2 ਸਾਲ ਬਾਅਦ ਕੈਨੇਡਾ ਮਾਈਟ ਸੇ that you have to have ਇੰਨੇ % ਨੰਬਰ ਹੋਣੇ ਚਾਹੀਦੇ ਹੈ, ਇੰਨੀ ਤੁਹਾਡੀ GPA ਹੋਣੀ ਚਾਹੀਦੀ PR ਫਾਈਲ ਕਰਨ ਲਈ, IELTS ਸਕੋਰ ਹੋਣਾ ਚਾਹੀਦਾ, ਤੁਸੀਂ ਇਹ ਪਬਲਿਕ ਕਾਲਜਸ ਤੋਂ ਪਾਸ ਆਊਟ ਹੋਣੇ ਚਾਹੀਦੇ। ਸੋ ਜੋ ਵੀ ਆਈ ਐਮ ਨਾਟ ਅਵੇਅਰ ਕਿ ਫਿਊਚਰ 'ਚ ਹੋਣਾ ਕੀ ਹੈ। ਸੋ ਅਗਰ ਤੁਸੀਂ ਕੈਨੇਡਾ ਪ੍ਰੋਫਾਈਲ ਤੁਹਾਡੀ ਚੰਗੀ ਹੈ, ਯੂ ਗੋਟ ਡੀਸੈਂਟ ਐਕੈਡੈਮਿਕਸ, IELTS ਸਕੋਰ ਚੰਗਾ ਹੈ, ਤੇ ਤੁਹਾਨੂੰ ਪੈਕੇਜ ਦੀ ਜ਼ਰੂਰਤ ਕੀ ਹੈ? ਤੁਸੀਂ ਉੱਦਾਂ ਹੀ ਕਰ ਸਕਦੇ ਹੋ ਜੀ। ਸੋ ਐਵੀਨੀਅਰ ਐਜੂਕੇਸ਼ਨ ਨੂੰ ਕਾਲ ਕਰ ਸਕਦੇ ਹੋ 9988015151 ਨੰਬਰ ਤੇ। ਸੋ ਛਾਬੜਾ ਸਾਹਿਬ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।